ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਸ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲੀ ਗੱਲਬਾਤ ਆਪਾਂ ਸਾਂਝੀ ਕਰਨੀ ਹੈ ਫਲੋਰੀਡਾ ਬਾਰੇ। ਫਲੋਰੀਡਾ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਵਿਸ਼ੇ ਪੜ੍ਹਾਏ ਜਾਂਦੇ ਉਹਨਾਂ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ, ਕੁਝ ਕੰਟਰੋਵਰਸ਼ੀਅਲ ਟੌਪਿਕਸ ਨੂੰ ਹਟਾਇਆ ਗਿਆ। ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜੀ ਗੱਲਬਾਤ ਕਰਨੀ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਸੰਕਟ ਹੋਰ ਵੱਧ ਗਿਆ। ਤੀਜੀ ਗੱਲਬਾਤ ਜਾਰਜ ਸੈਂਟੋਸ ਉੱਤੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ। ਅਤੇ ਆਖਰੀ ਗੱਲਬਾਤ ਆਪਾਂ ਕਰਨੀ ਹੈ ਕਿ ਟੈਕਸਸ ਦੇ ਵਿੱਚ ਜਿਹੜੇ ਲੋਕਾਂ ਦੇ ਉੱਤੇ ਗੱਡੀ ਚਾੜ੍ਹ ਦਿੱਤੀ ਸੀ ਅਤੇ ਇੱਕ ਮਾਸ ਸ਼ੂਟਿੰਗ ਹੋਈ ਸੀ, ਉਹਦੇ ਬਾਰੇ ਕੁਝ ਨਵੇਂ ਖੁਲਾਸੇ ਸਾਹਮਣੇ ਆਏ ਕਿ ਮਾਮਲਾ ਕੀ ਸੀ। ਸਭ ਤੋਂ ਪਹਿਲੀ ਗੱਲਬਾਤ, ਫਲੋਰੀਡਾ ਦੇ ਵਿੱਚ 81% ਜਿਹੜਾ ਨਵਾਂ ਕਿੰਡਰਗਾਰਟਨ ਤੋਂ 12ਵੀਂ ਤੱਕ ਦੀਆਂ ਸੋਸ਼ਲ ਸਟੱਡੀਜ਼ ਦਾ ਜਿਹੜਾ ਇੰਸਟਰਕਸ਼ਨਲ ਮਟੀਰੀਅਲ ਆ, ਮਤਲਬ ਜੋ ਨਿਆਣਿਆਂ ਨੂੰ ਪੜ੍ਹਾਇਆ ਜਾਣਾ, ਉਹ ਪਬਲਿਸ਼ਰ ਨੇ ਸਬਮਿਟ ਕੀਤਾ ਸੀ ਵੀ ਅਸੀਂ ਸਬਮਿਟ ਕਰ ਰਹੇ ਹਾਂ ਜਿਹੜੀਆਂ ਪਬਲੀਕੇਸ਼ਨਸ ਹੈਗੀਆਂ ਆ, ਜਿਹਦੇ ਵਿੱਚ ਸਟੇਟ ਦੀ ਜਿਹੜੀ ਅਡੋਪਸ਼ਨ ਲਿਸਟ ਜਾਰੀ ਕੀਤੀ ਹੈ ਉਹਨਾਂ ਨੇ ਕਿ ਕਿਹੜੀ ਚੀਜ਼ ਨੂੰ ਕਲਾਸਰੂਮ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਅਤੇ ਕਿਹੜੀ ਚੀਜ਼ ਨੂੰ ਨਹੀਂ ਯੂਜ਼ ਕੀਤਾ ਜਾ ਸਕਦਾ। ਗਵਰਨਰ ਰੌਨ ਡਿਸੈਂਟਿਸ ਨੇ ਇਹ ਕੱਲ੍ਹ ਅਨਾਊਂਸਮੈਂਟ ਕੀਤੀ ਆ। 1 ਮਹੀਨਾ ਕਹਿੰਦੇ ਉਹਨਾਂ ਨੇ ਇਹਨਾਂ ਪਬਲਿਸ਼ਰ ਦੇ ਉੱਤੇ ਕੰਮ ਕੀਤਾ ਅਤੇ ਇਹਦੇ ਵਿੱਚੋਂ ਜਿਹੜਾ ਕੁਛ ਉਹਨਾਂ ਨੇ ਰਿਜੈਕਟ ਕਰ ਦਿੱਤਾ ਅਤੇ ਕੁਛ ਨੂੰ ਐਕਸੈਪਟ ਕਰ ਲਿਆ। ਐਜੂਕੇਸ਼ਨ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਆ ਕਿ ਜਿਹੜੀ ਲਿਸਟ ਮਟੀਰੀਅਲ ਦੀ ਅਪਰੂਵ ਕੀਤੀ ਗਈ ਆ, ਉਹਨੂੰ ਜਿਹੜਾ ਸਟੇਟ ਦੇ ਸੋਸ਼ਲ ਸਟੱਡੀਜ਼ ਦਾ ਕਰੀਕੁਲਮ, ਮਤਲਬ ਜੋ ਸਮਾਜਿਕ ਸਿੱਖਿਆ ਦੇ ਵਿੱਚ ਪੜ੍ਹਾਉਣਾ ਆ ਰਾਜ ਦੇ ਵਿੱਚ, ਅਤੇ ਦੂਜਾ ਉਹਦਾ ਸਟੈਂਡਰਡ ਕੀ ਆ ਗ੍ਰੇਡ ਦਾ, ਅਤੇ ਤੀਜਾ ਸਟੇਟ ਦੇ ਲਾਜ਼ ਕੀ ਕਹਿੰਦੇ ਆ, ਉਹਨਾਂ ਦੇ ਅਨੁਸਾਰ ਉਹਨਾਂ ਨੇ ਉਹਨੂੰ ਰਿਜੈਕਟ ਕੀਤਾ ਜਾਂ ਐਕਸੈਪਟ ਕੀਤਾ। ਦੱਸਿਆ ਜਾ ਰਿਹਾ ਕਿ ਜਿਹੜੀ ਸਟੇਟਮੈਂਟ ਦਿੱਤੀ ਆ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਨੇ ਕਿ 66 ਜਿਹੜੇ ਮਟੀਰੀਅਲ ਸਬਮਿਟ ਕੀਤੇ ਗਏ ਸੀ 101 ਦੇ ਵਿੱਚੋਂ ਉਹਨਾਂ ਨੂੰ ਅਪਰੂਵ ਕਰ ਲਿਆ ਗਿਆ। ਅਤੇ ਹੁਣ ਤੱਕ ਅਤੇ ਸ਼ੁਰੂ ਦੇ ਵਿੱਚ ਕਹਿੰਦੇ ਸੀ ਕਿ ਜਿਹੜੇ 19 ਆ ਉਹਨਾਂ ਨੂੰ ਕੱਟ ਕੀਤਾ ਗਿਆ ਸੀ। ਡਿਪਾਰਟਮੈਂਟ ਨੇ ਇਹ ਵੀ ਕਿਹਾ ਆ ਕਿ ਉਹਨਾਂ ਨੇ 1 ਮਹੀਨਾ ਲਾ ਕੇ ਇਹਨੂੰ ਪਬਲਿਸ਼ਰ ਦੇ ਨਾਲ ਗੱਲਬਾਤ ਕੀਤੀ ਆ ਅਤੇ ਇਹਨੂੰ ਚੇਂਜਸ ਕੀਤੀਆਂ। ਜਿਹੜਾ ਇਨਐਕੂਰੇਟ ਸੀ ਜਾਂ ਜਿਹੜਾ ਇਨਫੋਰਮੇਸ਼ਨ ਜਿਹਦੇ ਵਿੱਚ ਠੀਕ ਨਹੀਂ ਸੀ ਜਾਂ ਫਲੋਰੀਡਾ ਦੇ ਲਾ ਦੇ ਨਾਲ ਜਿਹੜੀ ਇਨਫੋਰਮੇਸ਼ਨ ਅਲਾਈਨ ਨਹੀਂ ਕਰਦੀ, ਉਹਦੇ ਨਾਲ ਨਹੀਂ ਮਿਲਦੀ, ਹੁਣ ਉਹਨਾਂ ਨੇ ਬਾਹਰ ਕੱਢ ਦਿੱਤਾ। ਮਾਮਲਾ ਬੜਾ ਸਿੱਧਾ ਆ ਕਿ ਨਿਆਣਿਆਂ ਨੇ ਸਕੂਲ ਦੇ ਵਿੱਚ ਪਹਿਲੇ ਦਿਨ 'ਚ ਜਾਣ ਤੋਂ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਤੱਕ ਪੜ੍ਹਨਾ ਕੀ ਹੈ, ਸਟੇਟ ਡਿਸਾਈਡ ਕਰਦੀ ਆ ਉਹਦੇ ਵਿੱਚ ਕੀ ਪੜ੍ਹਾਉਣਾ ਕੀ ਨਹੀਂ ਪੜ੍ਹਾਉਣਾ। ਅਮਰੀਕਾ ਦੀਆਂ 50 ਸਟੇਟਾਂ ਦੇ ਵਿੱਚ ਹਰ ਇੱਕ ਸਟੇਟ ਦਾ ਹਿਸਾਬ ਕਿਤਾਬ ਵੱਖਰਾ ਆ। ਕਿਸੇ ਦੇ ਨਿਯਮ ਕੁਛ ਆ, ਕਿਸੇ ਦੇ ਕੁਛ ਆ। ਕੋਈ ਅਬੋਰਸ਼ਨ ਦੇ ਮਾਮਲੇ ਦੇ ਉੱਤੇ ਢਿੱਲ ਦਿੰਦੇ ਆ, ਕੋਈ ਅਬੋਰਸ਼ਨ ਦੇ ਮਾਮਲੇ ਦੇ ਉੱਤੇ ਸਖਤ ਆ, ਕੋਈ LGBTQ ਵਾਲੇ ਮਾਮਲੇ ਦੇ ਉੱਤੇ ਸਖਤ ਆ, ਕੋਈ ਸਟੇਟ ਜਿਹੜੀ ਆ ਢਿੱਲੀ। ਹਰ ਇੱਕ ਸਟੇਟ ਦਾ ਇੱਕ ਆਪਣਾ ਪੈਟਰਨ ਆ ਉੱਥੇ। ਹੁਣ ਉਹਦਾ ਰੌਲਾ ਇਹ ਆ ਕਿ ਉਹ ਤੁਸੀਂ ਪੜ੍ਹਾਉਣਾ ਕੀ ਆ ਉੱਥੇ। ਜੇ ਤੁਸੀਂ ਜਿਹੜੇ ਸਟੇਟ ਦੇ ਵਿੱਚ ਦਾ ਅਬੋਰਸ਼ਨ ਬੈਨ ਆ, ਜੇ ਉੱਥੇ ਤੁਸੀਂ ਇਹ ਪੜ੍ਹਾਈ ਜਾਓਗੇ ਕਿ ਨਹੀਂ ਅਬੋਰਸ਼ਨ ਦੇ ਉੱਤੇ ਹਰ ਇੱਕ ਔਰਤ ਦਾ ਉਹਦੀ ਬੋਡੀ ਦੇ ਉੱਤੇ ਅਧਿਕਾਰ ਆ ਅਤੇ ਉਹ ਕੁਛ ਵੀ ਕਰ ਸਕਦੀ ਆ, ਉਹ ਗਲਤ ਹੋ ਜਾਊਗਾ। ਤੁਹਾਡੀ ਸਟੇਟ ਦੇ ਲਾਜ਼ ਦੇ ਨਾਲ ਉਹ ਲਾਈਨ ਨਹੀਂ ਕਰਦਾ। ਜੋ ਤੁਸੀਂ ਪੜ੍ਹਾ ਰਹੇ ਆ ਉਸ ਰਾਜ ਦੇ ਕਾਨੂੰਨ ਦੇ ਅਨੁਸਾਰ ਉਹ ਨਹੀਂ ਹੈ, ਸੋ ਉਹ ਪਹਿਲਾਂ ਸਬਮਿਟ ਕਰਾਉਣਾ ਪੈਂਦਾ ਅਤੇ ਫਿਰ ਉਹ ਦੇਖਦੇ ਆ ਵੀ ਇਹਦੇ ਵਿੱਚ ਕੀ ਚੇਂਜ ਕੀਤਾ ਜਾ ਸਕਦਾ। ਇਸੇ ਤਰ੍ਹਾਂ ਹੀ ਇੱਥੇ ਸਬਮਿਟ ਕੀਤਾ ਗਿਆ ਅਤੇ ਇਹਨਾਂ ਨੇ ਹੁਣ ਉਹਨੂੰ ਅਪਰੂਵ ਕੀਤਾ ਅਤੇ ਰਿਜੈਕਟ ਕੀਤਾ ਜਿਹੜਾ ਇਹਨਾਂ ਦੇ ਮਤਲਬ ਦਾ ਨਹੀਂ ਸੀ ਜਾਂ ਜਿਹੜਾ ਇਹਨਾਂ ਨੂੰ ਲੱਗਦਾ ਸੀ ਕਿ ਸਟੇਟ ਦੇ ਹਿਸਾਬ ਨਾਲ ਨਹੀਂ ਆ। ਟੀਚਰ ਕੀ ਪੜ੍ਹਾ ਸਕਦਾ, ਸਟੂਡੈਂਟ ਕਿਹੜੀ ਚੀਜ਼ ਸਿੱਖ ਸਕਦੇ, ਕਿਉਂਕਿ ਸਟੂਡੈਂਟ ਸਵਾਲ ਕਰਦੇ ਆ ਬਾਅਦ ਦੇ ਵਿੱਚ। ਪਿਛਲੇ ਮਹੀਨੇ ਇੱਕ ਬੈਨ ਜਿਹੜਾ ਇਹਨਾਂ ਨੇ ਐਕਸਪੈਂਡ ਕਰ ਦਿੱਤਾ ਸੀ ਜਿਹੜੀ ਜੈਂਡਰ ਆਈਡੈਂਟੀਟੀ ਦੀ ਪੜ੍ਹਾਈ ਦੇ ਉੱਤੇ ਜਾਂ ਸੈਕਸ਼ੁਐਲਿਟੀ ਜਿਹੜੀ ਆ ਕਿੰਡਰਗਾਰਟਨ ਤੋਂ ਲੈ ਕੇ 3rd ਗ੍ਰੇਡ ਤੱਕ, ਜਿਹਦੇ ਵਿੱਚ ਜਿਹੜੇ ਸਾਰੇ ਸਕੂਲਾਂ ਦੇ ਵਿੱਚ ਲਾਗੂ ਕੀਤਾ ਗਿਆ ਸੀ। ਕਈ ਨਿਯਮ ਜਿਹੜੇ ਆ ਉਹ ਰੈਸਟ੍ਰਿਕਟਸ ਕਰਦੇ ਆ ਜੋ ਕੁਛ ਰੇਸ ਦੇ ਬਾਰੇ ਪੜ੍ਹਾਇਆ ਜਾ ਰਿਹਾ। ਹੁਣ ਰੇਸ ਇੱਕ ਬਹੁਤ ਪੇਚੀਦਾ ਮਸਲਾ ਆ ਇੱਥੇ ਦਾ, ਅਮਰੀਕਾ ਦਾ, ਕਿ ਆਹ ਬੰਦੇ ਦਾ ਆਹ ਰੰਗ ਆ, ਇਹਨਾਂ ਦੀ ਰੇਸ ਆਹ ਆ, ਇਸ ਬੰਦੇ ਦਾ ਆਹ ਰੰਗ ਆ, ਇਹਨਾਂ ਦੀ ਰੇਸ ਆਹ। ਨਿਆਣਿਆਂ ਨੂੰ ਕਿੱਦਾਂ ਦੱਸਣਾ? ਹੁਣ ਨਿਆਣੇ ਦੋਵੇਂ ਰੇਸਸ ਦੇ ਜਾਂ ਸਾਰੇ ਕੌਮਾਂ ਦੇ ਉੱਥੇ ਪੜ੍ਹਦੇ ਆ, ਉਹ ਇਹਦੇ ਬਾਰੇ ਕਿੱਦਾਂ ਮਹਿਸੂਸ ਕਰਨਗੇ? ਉਹਨਾਂ ਨੂੰ ਉਹਨਾਂ ਦਾ ਇਤਿਹਾਸ ਕਿੱਦਾਂ ਦੱਸਿਆ ਜਾਣਾ? ਕੀ ਇੱਕ ਰੇਸ ਦੇ ਲੋਕਾਂ ਨੂੰ ਦੋਸ਼ੀ ਬਣਾ ਕੇ ਦੱਸਿਆ ਜਾਊਗਾ ਅਤੇ ਦੂਜਿਆਂ ਨੂੰ ਵਿਕਟਮ? ਜਾਂ ਇਹਨੂੰ ਪੜ੍ਹਾਉਣਾ ਕਿੱਦਾਂ ਹੈ ਅਤੇ ਕੀ ਪੜ੍ਹਾਉਣਾ ਆ? ਇਹਦੇ ਉੱਤੇ ਕਾਫੀ ਜ਼ਿਆਦਾ ਉੱਥੇ ਕੰਟਰੋਵਰਸੀ ਵੀ ਆ। ਬਹੁਤ ਸਾਰਾ ਮਟੀਰੀਅਲ ਰਿਜੈਕਟ ਵੀ ਕੀਤਾ ਜਾਂਦਾ, ਬਹੁਤ ਸਾਰਾ ਜਿਹੜਾ ਆ ਉਹਨੂੰ ਚੇਂਜ ਵੀ ਕੀਤਾ ਜਾਂਦਾ। ਹੁਣ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਵੱਖਰੇ ਵੱਖਰੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਜੋ ਕੁਛ ਵਾਪਰਿਆ ਉਹਨੂੰ ਬਹੁਤ ਇੱਕ ਸੰਵੇਦਨਸ਼ੀਲ ਤਰੀਕਾ ਆ, ਸੰਵੇਦਨਸ਼ੀਲ ਜਿਹੜਾ ਮਾਮਲਾ ਆ, ਜਿਹਨੂੰ ਜਿਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ। ਜਿਹੜੇ ਕਿਸੇ ਵੇਲੇ ਹੀਰੋ ਸੀਗੇ, ਜਿਨ੍ਹਾਂ ਨੂੰ ਮੰਨਿਆ ਜਾਂਦਾ ਸੀ ਵੀ ਬਹੁਤ ਵੱਡੇ ਲੋਕ ਨੇ, ਸਮੇਂ ਦੇ ਨਾਲ ਨਾਲ ਜਦੋਂ ਉਹਨਾਂ ਬਾਰੇ ਕੁਝ ਜਾਣਕਾਰੀ ਸਾਹਮਣੇ ਆਈ ਤਾਂ ਹੁਣ ਉਹਨਾਂ ਨੂੰ ਮਤਲਬ ਦੂਜੀ ਨਜ਼ਰ ਨਾਲ ਦੇਖਿਆ ਜਾਂਦਾ। ਡਿਪਾਰਟਮੈਂਟ ਨੇ 4 ਐਗਜ਼ਾਮਪਲ ਦਿੱਤੀਆਂ ਇਸ ਚੇਂਜ ਦੀਆਂ।
ਕਿ ਜਿਹੜਾ ਇੰਸਟਰਕਸ਼ਨਲ ਮਟੀਰੀਅਲ ਆ ਉਹਦੇ ਵਿੱਚ ਹੋਣਾ ਕੀ ਹੈ। ਇੱਕ ਤਾਂ ਪੈਰਾ ਉਹਨਾਂ ਨੇ ਰਿਮੂਵ ਕੀਤਾ ਹੈ ਜਿਹੜਾ ਹਰਬਿਊ ਬਾਈਬਲ ਬਾਰੇ, ਜਿਹੜਾ ਲਿਸਟ ਦੇ ਵਿੱਚ ਸੀਗਾ ਕਿ ਵਾਟ ਸੋਸ਼ਲ ਜਸਟਿਸ ਇਸ਼ੂਜ਼ ਜਿਹੜੇ ਆ ਉਹ ਇਨਕਲੂਡ ਕੀਤੇ ਗਏ ਆ ਹਰਬਿਊ ਬਾਈਬਲ ਦੇ ਵਿੱਚ। ਉੱਥੇ ਜਿਹੜੇ ਸ਼ਬਦ ਵਰਤੇ ਗਏ ਆ ਉਹ ਸੀਗੇ ਕਿ ਸੋਸ਼ਲ ਜਸਟਿਸ ਇਸ਼ੂਜ਼। ਇਹਨਾਂ ਨੇ ਕਿਹਾ ਵੀ ਇਹਨਾਂ ਸ਼ਬਦਾਂ ਨੂੰ ਰਿਪਲੇਸ ਕਰ ਦਿਓ, ਜਿਹੜੇ ਸੋਸ਼ਲ ਜਸਟਿਸ ਇਸ਼ੂ ਨੂੰ ਸਮ ਆਫ ਦਾ ਕੀ ਪ੍ਰਿੰਸੀਪਲਸ ਦੇ ਨਾਲ ਰਿਪਲੇਸ ਕਰ ਦਿਓ। ਇਹ ਚੇਂਜ ਕੀਤੀ ਗਈ ਹੈ। ਫਿਰ ਉੱਥੇ ਇੱਕ ਪੈਰਾਗ੍ਰਾਫ ਆ ਜਿਹੜਾ ਮਾਪਿਆਂ ਨੂੰ ਇਹ ਦੱਸਦਾ ਆ ਕਿ ਉਹ ਆਪਣੇ ਬੱਚਿਆਂ ਦੇ ਨਾਲ ਗੱਲ ਕਰ ਸਕਦੇ ਆ ਕਿ ਅਮਰੀਕਾ ਦੇ ਵਿੱਚ ਜਦੋਂ ਨੈਸ਼ਨਲ ਐਂਥਮ ਹੁੰਦਾ ਆ ਉਦੋਂ ਕੁਝ ਲੋਕ ਮਤਲਬ ਗੋਡਿਆਂ ਭਰ ਹੋ ਕੇ ਪ੍ਰੋਟੈਸਟ ਕਰਦੇ, ਇਹਦਾ ਕੀ ਮਤਲਬ ਆ। ਕਿਉਂਕਿ ਬਹੁਤ ਸੰਵੇਦਨਸ਼ੀਲ ਮਾਮਲਾ ਆ ਇਹ। ਜਦੋਂ ਇੱਥੇ ਜਿਹੜੀ ਪੁਲਿਸ ਬਰੂਟੈਲਿਟੀ ਆ, ਪੁਲਿਸ ਨੇ ਜਿਹੜੇ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਆ ਉਹਦਾ ਵਿਰੋਧ ਕਰਨ ਦੇ ਲਈ ਇੱਥੇ ਕੁਝ ਕੋਚਸ ਨੇ ਗੱਲਬਾਤ ਸ਼ੁਰੂ ਕੀਤੀ ਸੀ ਇਹ ਕੈਲੀਫੋਰਨੀਆ ਤੋਂ, ਵੀ ਉਹ ਨੈਸ਼ਨਲ ਐਂਥਮ ਦੇ ਦੌਰਾਨ ਗੋਡਾ ਥੱਲੇ ਲਾ ਕੇ ਤੇ ਆਪਣਾ ਪ੍ਰੋਟੈਸਟ ਕਰਦੇ ਆ ਪੁਲਿਸ ਦੀ ਇਸ ਬਰੂਟੈਲਿਟੀ ਦੇ ਖਿਲਾਫ। ਹੁਣ ਉਹ ਕਰਦੇ ਤਾਂ ਹੈਗੇ ਆ, ਇਹ ਤੁਸੀਂ ਨਿਆਣਿਆਂ ਨੂੰ ਕਿੱਦਾਂ ਪੜ੍ਹਾਉਣਾ ਤੇ ਉਹ ਅੱਗੇ ਕੀ ਕਰਨਗੇ। ਇੱਕ ਜਿਹੜਾ ਇਹਨਾਂ ਨੇ ਕੀਤਾ ਜਿਹੜੀ ਸੋਸ਼ਲਿਸਟ ਇਕਨੋਮਿਕਸ ਆ ਉਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਜਦੋਂ ਇਕੁਐਲਿਟੀ ਦੀ ਗੱਲਬਾਤ, ਬਰਾਬਰਤਾ ਦੀ ਗੱਲਬਾਤ ਕੀਤੀ ਆ, ਉਹਦੇ ਵਿੱਚੋਂ ਕੁਛ ਜਿਹੜੀ ਭਾਸ਼ਾ ਆ ਉਹਨੂੰ ਚੇਂਜ ਕੀਤਾ ਗਿਆ ਇਕਨੋਮਿਕਸ ਦੇ ਵਿੱਚ। ਜਿਹੜੀ ਸਲੋ ਡਿਵੈਲਪਮੈਂਟ ਜਾਂ ਫਿਊਅਰ ਟੈਕਨੋਲੋਜੀਕਲ ਐਡਵਾਂਸਿਸ ਆ ਇਹਦੇ ਨਾਲ। ਦੂਜਾ ਲੈਂਗੁਏਜ ਜਿਹੜੀ ਕਹਿੰਦੀ ਆ ਕਿ ਟਰੂ ਕਮਿਊਨਿਸਟ ਇਕੋਨਮੀ ਉਹ ਵਰਲਡ ਦੇ ਵਿੱਚ ਨਹੀਂ ਆ, ਉਹਨੂੰ ਵੀ ਰਿਪਲੇਸ ਕੀਤਾ ਗਿਆ ਆ। ਅਪ੍ਰੈਲ 2022 ਦੇ ਵਿੱਚ ਪਿਛਲੇ ਸਾਲ ਸਟੇਟ ਨੇ ਮੈਥ ਦੀ ਟੈਕਸਟ ਬੁੱਕ ਨੂੰ ਇਸ ਕਰਕੇ ਰਿਜੈਕਟ ਕਰ ਦਿੱਤਾ ਸੀ ਕਿਉਂਕਿ ਇਹ ਫਲੋਰੀਡਾ ਦੇ ਜਿਹੜੇ ਲਾਜ਼ ਨੇ ਉਹਦੇ ਨਾਲ ਇਹਦਾ ਕੰਟੈਂਟ ਸਟੈਂਡਰਡ ਮੈਚ ਨਹੀਂ ਕਰਦਾ ਸੀ। ਇਹਦੇ ਵਿੱਚ ਰੈਫਰੈਂਸਸ ਸੀਗੇ, ਇੱਕ ਕ੍ਰਿਟੀਕਲ ਰੇਸ ਥਿਊਰੀ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਕਿ ਇਹਨੂੰ ਕਿਸ ਤਰੀਕੇ ਨਾਲ ਇਨਕਲੂਡ ਕਰਨਾ ਆ। ਇਹ ਬੜੇ ਟੇਢੇ ਮਾਮਲੇ ਸੀ। ਜਿਹੜੀ ਸੋਸ਼ਲ ਇਮੋਸ਼ਨਲ ਲਰਨਿੰਗ ਆ, SEL ਕਹਿੰਦੇ ਆ ਮੈਥਮੈਟਿਕਸ ਦੇ ਵਿੱਚ, ਉਹਦੇ ਬਾਰੇ ਕੀ ਕਰਨਾ ਆ। ਜਿਹੜੀ ਕ੍ਰਿਟੀਕਲ ਰੇਸ ਥਿਊਰੀ ਆ ਇੱਕ ਉਹ ਕਨਸੈਪਟ ਆ ਰੇਸਿਜ਼ਮ ਦੇ ਵਿੱਚ ਜਿਹੜਾ ਇਹ ਕਹਿੰਦਾ ਕਿ ਜਿਹੜਾ ਰੇਸਿਜ਼ਮ ਆ ਇਹ ਸਿਰਫ ਵਿਅਕਤੀ ਦੇ ਮਨ ਦੀ ਗੱਲ ਨਹੀਂ ਆ ਕਿ ਉਹ ਬੰਦਾ ਇਹ ਦੂਜੇ ਨੂੰ ਨਫ਼ਰਤ ਕਰਦਾ ਤੇ ਇਹਨੂੰ ਤੁਸੀਂ ਰੇਸਿਜ਼ਮ ਦਾ ਨਾਂ ਦੇ ਦਿਓ। ਇਹ ਜਿਹੜਾ ਕ੍ਰਿਟੀਕਲ ਰੇਸ ਥਿਊਰੀ ਜਦੋਂ ਸਕੂਲ ਦੇ ਵਿੱਚ ਪੜ੍ਹਾਈ ਜਾਂਦੀ ਆ ਤਾਂ ਉਹ ਇਹ ਪੜ੍ਹਾਉਂਦੀ ਆ ਕਿ ਇੱਕ ਸਿਸਟੈਮਿਕ ਆ, ਇਹ ਇੱਕ ਲੀਗਲ ਸਿਸਟਮ ਦੇ ਅੰਦਰ ਤੱਕ ਜਾ ਚੁੱਕਿਆ ਰੇਸਿਜ਼ਮ। ਇਹ ਹੁਣ ਸਿੱਧੀ ਡਾਇਰੈਕਟਲੀ ਇਹਨੂੰ ਕਿੰਡਰਗਾਰਟਨ ਤੋਂ 12ਵੀਂ ਤੱਕ ਨਹੀਂ ਪੜ੍ਹਾਈ ਜਾਂਦੀ, ਇਹਨੂੰ ਸਿਰਫ ਕੁਝ ਲੈਸਨਸ ਦੀ ਫਾਊਂਡੇਸ਼ਨ ਲਈ ਵਰਤਿਆ ਜਾਂਦਾ। ਸੋ ਬਹੁਤ ਕੰਟਰੋਵਰਸੀ ਹੈ ਇਹਦੇ ਉੱਤੇ। ਕ੍ਰਿਟਿਕਸ ਕਹਿੰਦੇ ਆ ਕਿ ਇਹਨਾਂ ਕੋਲ ਬੜਾ ਇੱਕ ਬਰੋਡ ਸਪੈਕਟਰਮ ਹੋਣਾ ਚਾਹੀਦਾ, ਬਰੋਡ ਥਿੰਕਿੰਗ ਹੋਣੀ ਚਾਹੀਦੀ ਆ ਰੇਸਿਜ਼ਮ ਦੇ ਉੱਤੇ ਅਮਰੀਕਾ ਦੇ ਬਾਰੇ ਜਿਹੜੇ ਸਟੂਡੈਂਟਸ ਨੇ। ਕੁਛ ਕਹਿੰਦੇ ਆ ਨਹੀਂ ਪੜ੍ਹਾਉਣਾ ਚਾਹੀਦਾ। ਇਹਦੇ ਇਸ ਮਾਮਲੇ ਦੇ ਵਿੱਚ ਮਤਲਬ ਇੱਕ ਹੁਣ ਜਿਸ ਬੰਦੇ ਨੇ ਧੱਕਾ ਕੀਤਾ ਉਹ ਕਹਿੰਦਾ ਵੀ ਸਾਡੇ ਧੱਕੇ ਨੂੰ ਧੱਕਾ ਨਾ ਕਹੋ, ਤੁਸੀਂ ਇਹਨੂੰ ਹੋਰ ਤਰੀਕੇ ਨਾਲ ਪੜ੍ਹਾਓ। ਵੀ ਇੱਥੇ ਦੇ ਲੋਕ ਸੀਗੇ, ਇੱਥੇ ਰਹਿੰਦੇ ਸੀ, ਕੁਛ ਲੋਕ ਬਾਹਰੋਂ ਆ ਗਏ ਤੇ ਇੱਦਾਂ ਹੋਊਗੀ। ਦੂਜੇ ਲੋਕ ਕਹਿੰਦੇ ਇਹ ਕਹੋ ਵੀ ਸਾਰੇ ਲੋਕ ਬਰਾਬਰ ਆ, ਇਕੱਠੇ ਰਹਿੰਦੇ ਸੀ ਤੇ ਇੱਕ ਲੋਕਾਂ ਨੇ ਦੂਜਿਆਂ ਦੇ ਨਾਲ ਆ ਪਿਛਲੇ ਇਤਿਹਾਸ ਦੇ ਵਿੱਚ ਧੱਕਾ ਕੀਤਾ। ਹੁਣ ਜਿੱਥੇ ਜਿਨ੍ਹਾਂ ਦੀ ਸਰਕਾਰ ਆ, ਜਿਨ੍ਹਾਂ ਦਾ ਸੋਚ ਵਾਲੇ ਜਿਹੜੀ ਸਟੇਟ ਦੇ ਵਿੱਚ ਹੈਗੇ ਆ, ਉਸ ਹਿਸਾਬ ਨਾਲ ਫਿਰ ਉਹ ਕਰਿਕੂਲਮ ਦੇ ਵਿੱਚ ਬਹੁਤੀਆਂ ਨਹੀਂ, ਕਿਉਂਕਿ ਨੈਸ਼ਨਲ ਲੈਵਲ ਦੇ ਉੱਤੇ ਤਾਂ ਕਰਿਕੂਲਮ ਸੇਮ ਹੀ ਰਹਿਣਾ, ਪੜ੍ਹਾਈ ਸਾਰਿਆਂ ਦੀ ਸੇਮ ਹੀ ਰਹਿਣੀ। ਥੋੜ੍ਹਾ ਬਹੁਤਾ ਕਿਤੇ ਸ਼ਬਦਾਂ ਦਾ ਹੇਰ ਫੇਰ, ਕਿਤੇ ਥੋੜ੍ਹੀ ਜਿਹੀ ਗੱਲਬਾਤ ਉਹਦੇ ਵਿੱਚ ਤਬਦੀਲੀਆਂ ਕਰ ਲੈਂਦੇ ਆ ਤੇ ਇਸ ਜਿਹੜੀ ਫਲੋਰੀਡਾ ਦੇ ਵਿੱਚ ਇਹ ਤਬਦੀਲੀਆਂ ਕੀਤੀਆਂ ਗਈਆਂ। ਦੂਜੀ ਗੱਲਬਾਤ ਸਾਬਕਾ ਰਾਸ਼ਟਰਪਤੀ ਟਰੰਪ ਬਾਰੇ ਕਰਨੀ ਹੈ। ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ। ਇਹਨਾਂ ਦੇ ਉੱਤੇ ਦੋਸ਼ ਲਾਏ ਸੀ ਕਈ ਔਰਤਾਂ ਨੇ ਜਦੋਂ ਇਹ ਰਾਸ਼ਟਰਪਤੀ ਸੀਗੇ ਵੀ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ। ਲਗਭਗ 10-12 ਔਰਤਾਂ ਨੇ ਕਿਹਾ ਸੀ ਵੀ ਸਾਡੇ ਨਾਲ ਬਲਾਤਕਾਰ ਕੀਤਾ। ਹੁਣ ਉਹ 10-12 ਔਰਤਾਂ ਨੇ ਇਹ ਹਾਲਾਂਕਿ ਉਦੋਂ ਨਹੀਂ ਹੋਇਆ ਸਾਰੀਆਂ ਗੱਲਾਂ ਜਦੋਂ ਇਹ ਰਾਸ਼ਟਰਪਤੀ ਸੀਗੇ, ਗੱਲਾਂ ਬਹੁਤ ਪੁਰਾਣੀਆਂ 1990 ਦੀਆਂ ਜਿਹੜੀਆਂ ਉਹ ਗੱਲਾਂ ਆ ਤੇ ਉਹ ਬਾਅਦ ਦੇ ਵਿੱਚ ਉਦੋਂ ਸਾਹਮਣੇ ਆ ਗਈਆਂ ਸੀ। ਉਹ ਉਦੋਂ ਕੇਸ ਹੋਏ ਸੀ ਤੇ ਜਿਹਦੀ ਪੁੱਛ ਪੜਤਾਲ ਤੇ ਜਾਂ ਉਹਦੀ ਕਾਰਵਾਈ ਹੁਣ ਨਾਲ ਅੱਗੇ ਚੱਲ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਕਾਰਵਾਈ ਦੇ ਵਿੱਚ ਜਿਹੜੀ ਸਿਵਲ ਜਿਊਰੀ ਆ ਨਿਊਯਾਰਕ ਦੇ ਵਿੱਚ, ਉਹਨਾਂ ਨੇ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੰਨਿਆ ਕਿ ਇਹਨੇ ਜਿਹੜਾ ਸੈਕਸ਼ੂਅਲੀ ਅਬਿਊਜ਼ ਕੀਤਾ ਤੇ ਡੀਫੇਮ ਕੀਤਾ ਜੇਨ ਕੈਰੋਲ ਨੂੰ, ਇੱਕ ਔਰਤ ਆ, ਉਹਨੂੰ ਕਹਿੰਦੇ ਇਹਨੇ ਉਹਦੇ ਨਾਲ ਧੱਕਾ ਕੀਤਾ। ਜਿਹੜੀ ਇੱਕ ਰਾਈਟਰ ਵੀ ਆ
ਤੇ ਉਹਨੇ ਕਿਹਾ ਸੀ ਵੀ ਮੇਰੇ ਨਾਲ ਜ਼ਬਰਦਸਤੀ ਕੀਤੀ ਡੋਨਲਡ ਟਰੰਪ ਨੇ 1990 ਦੇ ਵਿੱਚ। ਜਿਹੜਾ 3 ਘੰਟੇ ਪਹਿਲਾਂ ਇਹਦੇ ਤੋਂ ਉਹਨੂੰ ਮਤਲਬ ਦਿੱਤਾ, ਹੁਣ ਉਹਨੂੰ $5 ਮਿਲੀਅਨ ਜਿਹੜਾ ਉਹ ਡੈਮੇਜ ਦਾ ਅਵਾਰਡ ਕੀਤਾ ਗਿਆ ਉਸ ਜੀਨ ਕੈਰੋਲ ਨੂੰ। ਤੇ ਜੀਨ ਕੈਰੋਲ ਇਸ ਗੱਲ ਤੋਂ ਜਿਹੜੀ ਉਹਨੇ ਗੱਲ ਕਹੀ ਸੀ ਵੀ ਮੇਰੇ ਨਾਲ ਧੱਕਾ ਹੋਇਆ ਆ, ਵਾਇਲੈਂਟਲੀ ਅਸੌਲਟ ਕੀਤਾ, ਉਹ ਕਹਿੰਦੀ ਸੀ ਮੈਨੂੰ ਇਹਨੇ ਡੋਨਲਡ ਟਰੰਪ ਨੇ। ਤੇ ਜਦੋਂ ਕਿ ਡੋਨਲਡ ਟਰੰਪ ਕਹਿੰਦੇ ਸੀ ਕਿ ਜਾਣ ਬੁੱਝ ਕੇ ਮੇਰੇ ਦੇ ਉੱਤੇ ਇਹ ਦੋਸ਼ ਲਾ ਰਹੇ ਆ। ਹੁਣ ਉਹ ਇੱਕ ਜਿਹੜੀ ਡੋਨਲਡ ਟਰੰਪ ਦੀ ਹਾਰ ਆ, ਇਹ ਇਸ ਵੇਲੇ ਜ਼ਿਆਦਾ ਸੰਕਟ ਇਸ ਕਰਕੇ ਬਣ ਰਿਹਾ ਕਿ ਇਹ ਉਸ ਵੇਲੇ ਇਸ ਤਰ੍ਹਾਂ ਦੇ ਫੈਸਲੇ ਆ ਰਹੇ ਆ ਜਦੋਂ ਜਿਹੜਾ ਇਹਨਾਂ ਨੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਹੋਣਾ, ਆਪਣੀ ਪਾਰਟੀ ਨੂੰ ਇਹ ਕਹਿਣਾ ਕਿ ਮੈਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਜਾਵੇ। ਉਸ ਵੇਲੇ ਇਹਨਾਂ ਫੈਸਲਿਆਂ ਦਾ ਆਉਣਾ ਇਹਨਾਂ ਦੇ ਵਿਰੋਧ ਦੇ ਵਿੱਚ ਜਾਂਦਾ ਆ, ਜਦੋਂ ਇਹ ਕਈ ਕ੍ਰਿਮੀਨਲ ਕੇਸਿਸ ਜਿਹੜੇ ਨਿਊਯਾਰਕ ਦੇ ਵਿੱਚ, ਪਹਿਲਾਂ ਇੱਕ ਹੋਰ ਕ੍ਰਿਮੀਨਲ ਕੇਸ ਸੀਗਾ, ਪਹਿਲੀ ਵਾਰੀ ਹੋਇਆ ਕਿ ਅਮਰੀਕਾ ਦੇ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਚਾਰਜ ਕੀਤਾ ਗਿਆ ਹੋਵੇ, ਭਾਵੇਂ ਬਾਅਦ ਦੇ ਵਿੱਚ ਬਰੀ ਵੀ ਹੋ ਜਾਣ ਉਹਦੇ ਵਿੱਚੋਂ, ਪਰ ਪਹਿਲਾਂ ਕਿਸੇ ਦੇ ਉੱਤੇ ਇੱਦਾਂ ਦੇ ਅਪਰਾਧਿਕ ਮਾਮਲੇ ਹੀ ਦਰਜ ਨਹੀਂ ਸੀ ਹੋਏ। ਸੋ ਇਹ ਸਾਰੇ ਕੁਛ ਦੇ ਵਿੱਚ ਹੁਣ ਇੱਕ ਦਰਜਨ ਦੇ ਕਰੀਬ ਔਰਤਾਂ ਨੇ ਸੈਕਸ਼ੂਅਲ ਅਸੌਲਟ ਤੇ ਮਿਸਕੰਡਕਟ ਇਹਨਾਂ ਦੇ ਉੱਤੇ ਮਤਲਬ ਸਾਲ ਦਰ ਸਾਲ ਲਾਇਆ ਸੀ। ਕਦੇ ਕੋਈ ਕਹਿ ਦਿੰਦਾ ਸੀ, ਕਦੇ ਕੋਈ ਕਹਿ ਦਿੰਦਾ ਸੀ। ਟਰਾਇਲ ਬਹੁਤ ਨੇੜਿਓਂ ਦੇਖਿਆ ਗਿਆ ਦੇਸ਼ ਦੇ ਵਿੱਚ ਜਦੋਂ ਇਹ ਚੱਲਿਆ ਕੱਲ੍ਹ। ਤੇ ਉਹਦੇ ਤੋਂ ਬਾਅਦ ਦੂਜੀਆਂ ਔਰਤਾਂ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਦੋਸ਼ ਲਾਏ ਆ, ਇੱਕ ਤਾਂ ਉਹਨਾਂ ਨੂੰ ਖਾਸ ਦਿਲਚਸਪੀ ਸੀ ਇਹਦੇ ਵਿੱਚ ਵੀ ਜੇ ਇਸ ਕੇਸ ਦੇ ਵਿੱਚ ਦੋਸ਼ੀ ਡੋਨਲਡ ਟਰੰਪ ਨੂੰ ਕਰ ਦਿੱਤਾ ਜਾਂਦਾ ਤਾਂ ਉਹਨਾਂ ਦੇ ਮਾਮਲੇ ਵਿੱਚ ਕੀ ਬਣੂਗਾ। ਤੇ ਦੂਜਾ ਜਿਹੜੇ ਰਾਸ਼ਟਰਪਤੀ ਟਰੰਪ ਦੇ ਲਈ ਬਹੁਤ ਮਹੱਤਵਪੂਰਨ ਸੀਗਾ, ਇਸੇ ਤਰ੍ਹਾਂ ਜਿਹੜੇ ਐਮੀ ਡੋਰਿਸ ਸੀ ਜਿਨ੍ਹਾਂ ਨੇ ਅਕਿਊਜ਼ ਕੀਤਾ ਸੀ ਟਰੰਪ ਨੂੰ ਕਿ ਉਹਨੇ ਜ਼ਬਰਦਸਤੀ ਉਹਨਾਂ ਦੇ ਨਾਲ ਕਿਸ ਕੀਤੀ ਹੈ, ਉਹਨਾਂ ਨੂੰ ਫੜਿਆ ਆ ਜਿਹੜੀ ਓਪਨ ਟੈਨਿਸ ਟੂਰਨਾਮੈਂਟ 'ਚ 1997 ਦੇ ਵਿੱਚ। ਉਹ ਵੀ ਕਹਿੰਦੀ ਆ ਕਿ ਥੋੜ੍ਹੀ ਜਿਹੀ ਸੈਟਿਸਫਾਈਡ ਆ ਇਸ ਗੱਲ ਤੋਂ ਕਿ ਫਾਈਨਲੀ ਕੁਛ ਨਾ ਕੁਛ ਜਿਹੜਾ ਹੋਇਆ ਤੇ ਉਹ ਮਤਲਬ ਦੋਸ਼ੀ ਸਿੱਧ ਕੀਤਾ ਗਿਆ। ਈ ਕੈਰੋਲ ਨੇ ਪਹਿਲਾਂ ਪਬਲਿਕਲੀ ਡੋਨਲਡ ਟਰੰਪ ਦੇ ਉੱਤੇ 2019 ਦੇ ਵਿੱਚ ਰੇਪ ਦੇ ਲਈ ਕਿਹਾ ਸੀ ਕਿ ਇਹਨਾਂ ਨੇ ਮੇਰਾ ਰੇਪ ਕੀਤਾ। 2019 ਦੇ ਵਿੱਚ ਗੱਲ ਸਾਹਮਣੇ ਆਈ ਸੀ ਜਦੋਂ ਇਹ ਰਾਸ਼ਟਰਪਤੀ ਸੀਗੇ, ਤੇ ਇਹ ਐਲੀਗੇਸ਼ਨ ਉਹਨਾਂ ਨੇ ਆਪਣੀਆਂ ਰਾਈਟਿੰਗਸ ਦੇ ਵਿੱਚ ਵੀ ਕੀਤੇ, ਕੋਰਟ ਦੀਆਂ ਫਾਈਲਿੰਗ ਵਿੱਚ ਵੀ ਕੀਤੇ, ਇੰਟਰਵਿਊ ਦੇ ਵਿੱਚ ਵੀ। ਜਦੋਂ ਪੱਤਰਕਾਰ ਪੁੱਛਦੇ ਸੀ ਉਹ ਬਾਰ-ਬਾਰ ਠੋਕ ਕੇ ਉਹਨਾਂ ਨੇ ਗੱਲਬਾਤ ਕਹੀ ਆ, ਜਦੋਂ ਕਿ ਟਰੰਪ ਇਸ ਗੱਲ ਨੂੰ ਡਿਨਾਈ ਕਰਦੇ ਸੀ ਵੀ ਮੇਰੇ ਉੱਤੇ ਗਲਤ ਦੋਸ਼ ਲਾਏ ਆ। ਜੀਨ ਕੈਰੋਲ ਸੀ ਕੌਣ? ਇਹ ਇੱਕ ਰਾਈਟਰ ਆ, ਮੈਗਜ਼ੀਨ ਦੇ ਵਿੱਚ ਕਾਲਮ ਲਿਖਦੀ ਸੀਗੀ। ਤੇ ਇਹਨਾਂ ਦੇ ਉੱਤੇ ਇਹ ਚਾਰਜਸ 1990 ਦੇ ਦੋਸ਼ ਜਿਹੜੇ 1990 ਦੇ ਲਾਏ ਸੀ ਤੇ ਪਬਲਿਕਲੀ ਇਹਨਾਂ ਨੇ 2019 ਦੇ ਵਿੱਚ ਕਿਹਾ ਸੀ। ਮਤਲਬ ਉਹ ਕਹਿੰਦੇ ਵੀ ਮੇਰੇ ਨਾਲ ਇਹ ਜਿਹੜੀ ਜ਼ਬਰਦਸਤੀ ਹੋਈ ਆ 1990 ਦੇ ਵਿੱਚ ਹੋਈ ਆ, ਪਰ ਦੱਸਿਆ ਉਹਨਾਂ ਨੇ ਜਾ ਕੇ 2019 ਦੇ ਵਿੱਚ ਸੀਗਾ। ਕੇਸ ਇਹ ਸੀਗਾ ਕਿ 2 ਲਾਸੂਟ ਫਾਈਲ ਕੀਤੇ ਸੀ ਉਹਨਾਂ ਨੇ ਟਰੰਪ ਦੇ ਖਿਲਾਫ, ਜਿਹਦਾ ਕੱਲ੍ਹ ਫੈਸਲਾ ਹੋਇਆ। ਪਹਿਲਾ ਤਾਂ ਸੀਗਾ 2019 ਦੇ ਵਿੱਚ ਡਿਫੇਮੇਸ਼ਨ ਦਾ, ਤੇ ਦੂਜਾ ਸੈਕੰਡ ਲਾਸੂਟ ਇਹਨਾਂ ਨੇ 2022 ਦੇ ਵਿੱਚ ਕੀਤਾ ਸੀ ਸੈਕਸ਼ੂਅਲ ਅਸਾਲਟ ਦਾ, ਤੇ ਉਹਨੂੰ ਦੁਬਾਰਾ ਫੇਰ ਡੀਫੇਮ ਕਰਨ ਦਾ। ਦੂਜਾ ਕੇਸ ਜਿਹੜਾ ਆ ਉਹਦਾ ਟਰਾਇਲ 25 ਅਪ੍ਰੈਲ ਨੂੰ ਚੱਲਿਆ ਸੀ। ਟੈਸਟੀਫਾਈ ਕੀਤਾ ਗਿਆ, ਇਹਨਾਂ ਨੂੰ ਟੈਸਟੀਫਾਈ ਨਹੀਂ ਕੀਤਾ ਗਿਆ ਡੋਨਲਡ ਟਰੰਪ ਨੂੰ, ਪਰ ਪਿਛਲੀ ਫਾਲ ਦੇ ਵਿੱਚ ਟਰੰਪ ਨੇ ਪ੍ਰਾਈਵੇਟਲੀ ਇਸ ਗੱਲ ਦਾ ਜਵਾਬ ਦਿੱਤਾ ਸੀ ਇਹਨਾਂ ਸਵਾਲਾਂ ਦਾ ਜਿਹੜੇ ਉਹਨਾਂ ਦੇ ਉੱਤੇ ਇਹ ਦੋਸ਼ ਲਾਏ ਗਏ ਸੀ ਕਿ ਜਦੋਂ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਇਸ ਫੋਟੋ ਦਾ ਭੁਲੇਖਾ ਪੈ ਗਿਆ ਤੇ ਇਸ ਕਰਕੇ ਮਤਲਬ ਉਹ ਜਿਹੜਾ ਉਹਨਾਂ ਕੋਲੋਂ ਉਹ ਗਲਤੀ ਹੋ ਗਈ। ਸੋ ਹੁਣ ਜਿੱਦਾਂ ਜਿੱਦਾਂ ਸਾਬਕਾ ਰਾਸ਼ਟਰਪਤੀ ਟਰੰਪ ਦੇ ਉੱਤੇ ਇਹ ਕੇਸ ਆ ਰਹੇ ਆ ਸਾਹਮਣੇ, ਉਸੇ ਤਰ੍ਹਾਂ ਇਹਨਾਂ ਦੇ ਲਈ ਜਿਹੜਾ ਸਮਾਂ ਆ ਥੋੜ੍ਹਾ ਜਿਹਾ ਮੁਸ਼ਕਲ ਹੁੰਦਾ ਜਾ ਰਿਹਾ। ਪਹਿਲਾਂ ਇੱਕ ਇਹਨਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਚਾਰਜ ਕੀਤਾ ਗਿਆ ਸੀ ਵੀ ਇੱਕ ਔਰਤ ਨੂੰ ਰਿਸ਼ਵਤ ਦਿੱਤੀ, ਉਹਨੂੰ ਪੈਸੇ ਦਿੱਤੇ ਮੂੰਹ ਬੰਦ ਰੱਖਣ ਦੇ ਲਈ, ਤੇ ਬਾਅਦ ਦੇ ਵਿੱਚ ਜਿਹੜੀ ਇਹ ਗੱਲਬਾਤ ਸਾਹਮਣੇ ਆ ਗਈ ਸੀ। ਹੁਣ ਜੀਨ ਕੈਰੋਲ ਦੇ ਮਾਮਲੇ ਦੇ ਵਿੱਚ ਡਿਫਾਮੇਸ਼ਨ ਤੇ ਇਹਨਾਂ ਦੇ ਉੱਤੇ ਜਿਹੜਾ ਸੈਕਸ਼ੂਅਲ ਅਸੌਲਟ ਦਾ ਕੇਸ ਸੀ, ਉਸ ਮਾਮਲੇ ਦੇ ਵਿੱਚ ਜੀਨ ਕੈਰੋਲ ਨੂੰ ਜਿਹੜੀ ਮਨੀ ਦਿੱਤੀ ਜਾਣੀ, ਉਹ ਆਪਣੇ ਆਪ ਦੇ ਵਿੱਚ ਡੋਨਲਡ ਟਰੰਪ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਸੰਕਟ ਬਣ ਸਕਦਾ। ਚਾਹੇ ਇਹਨਾਂ ਦੀ ਜਿਹੜੀ ਪਬਲਿਕ ਦੇ ਵਿੱਚ ਅਪਰੂਵਲ ਆ, ਇਹਨਾਂ ਦੀ ਰੇਟਿੰਗ ਆ, ਇਹਨਾਂ ਦੀ ਪਾਰਟੀ ਦੇ ਵਿੱਚ, ਇਹ ਸਾਰੇ ਕੁਛ ਦੇ ਉੱਤੇ ਕਾਫੀ ਜ਼ਿਆਦਾ ਵੱਡਾ ਇਹਨਾਂ ਸਾਰੀਆਂ ਗੱਲਾਂ ਦਾ ਅਸਰ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ, ਤੇ ਜਿਹੜੀ ਕਿ ਇਹਨਾਂ ਦੀ ਅਲਟੀਮੇਟਲੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਹੋਣ ਦੇ ਵਿੱਚ ਇੱਕ ਸਮੱਸਿਆ ਬਣ ਸਕਦੀ ਆ, ਕਿਉਂਕਿ 2024 ਉਹਦੇ ਤੋਂ ਪਹਿਲਾਂ ਹੁਣ ਸਾਰੀ ਨੋਮੀਨੇਸ਼ਨ ਹੋਣੀ ਆ, ਨਾਂ ਸਾਹਮਣੇ ਆਉਣੇ ਆ, ਤਕੜੇ ਉਮੀਦਵਾਰ ਨੇ ਇਹ, ਨੁਕਸਾਨ ਇਹਨਾਂ ਦਾ ਇਹਨਾਂ ਗੱਲਾਂ ਦੇ ਨਾਲ ਹੋ ਸਕਦਾ।
ਅਗਲੀ ਗੱਲਬਾਤ ਜਾਰਜ ਸੈਂਟੋਸ ਬਾਰੇ ਆ। ਜਾਰਜ ਸੈਂਟੋਸ ਕਾਂਗਰਸਮੈਨ ਨੇ, ਰਿਪਬਲਿਕਨ ਕਾਂਗਰਸਮੈਨ ਨੇ। ਇਹਨਾਂ ਨੂੰ ਕ੍ਰਿਮੀਨਲ ਚਾਰਜਸ ਫਾਈਲ ਕੀਤੇ ਆ ਇਹਨਾਂ ਦੇ ਖਿਲਾਫ ਨਿਊਯਾਰਕ ਦੇ ਵਿੱਚ, ਜਿਨ੍ਹਾਂ ਨੇ ਦੋਸ਼ ਇਹ ਆ ਵੀ ਇਹਨਾਂ ਨੇ ਆਪਣੀ ਬੈਕਗਰਾਊਂਡ ਦੇ ਬਾਰੇ ਝੂਠ ਬੋਲਿਆ ਜਦੋਂ 2022 ਦੇ ਵਿੱਚ ਇਹ ਕੈਂਪੇਨ ਕਰ ਰਹੇ ਸੀ। ਤੇ ਜਿਹੜੇ ਲੋਕ ਇਸ ਮਾਮਲੇ ਨੂੰ ਜਾਣਦੇ ਆ ਉਹਨਾਂ ਨੇ ਇਹ ਗੱਲਬਾਤ ਦੱਸੀ ਆ। ਜਦੋਂ ਵੋਟਾਂ ਲੈਣੀਆਂ ਹੁੰਦੀਆਂ ਲੀਡਰ ਅਕਸਰ ਝੂਠ ਬੋਲ ਦਿੰਦੇ ਆ, ਤੇ ਇਹ ਝੂਠ ਨੂੰ ਅਮਰੀਕਾ ਦੇ ਵਿੱਚ ਬਖਸ਼ਿਆ ਨਹੀਂ ਜਾਂਦਾ। ਇਹੀ ਕੁਛ ਇਹਨਾਂ ਦੇ ਨਾਲ ਜਿਹੜੇ ਜਾਰਜ ਸੈਂਟੋਸ ਨੇ ਇਹਨਾਂ ਦੇ ਨਾਲ ਵਾਪਰਿਆ। ਇੱਕ ਚਾਰਜ ਜਿਹੜੇ ਨਿਊਯਾਰਕ ਦੇ ਵਿੱਚ ਫੈਡਰਲ ਕੋਰਟ ਹਾਊਸ ਦੇ ਵਿੱਚ ਕੀਤੇ ਗਏ ਆ, ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਕ੍ਰਾਈਮ ਕੀ ਆ ਜਾਂ ਕ੍ਰਾਈਮ ਕਿੰਨੇ ਆ, ਪਰ ਇਹ ਇਹਨਾਂ ਦੇ ਉੱਤੇ ਜਿਹੜੇ ਦੋਸ਼ ਸਿੱਧੇ ਲੱਗੇ ਸੀਗੇ। ਫੈਡਰਲ ਅਥਾਰਟੀ ਨੇ ਕਿਹਾ ਸੀ ਅੱਜ ਜਿਹੜੇ ਕੁਝ ਲੋਕ ਇਸ ਕੇਸ ਨੂੰ ਜਾਣਦੇ ਆ ਉਹਨਾਂ ਨੇ ਇਹ ਗੱਲਬਾਤ ਦੱਸੀ ਆ ਕਿ ਇਹਨਾਂ ਨੇ ਆਪਣੇ ਉਸ ਵੇਲੇ ਇਲੈਕਸ਼ਨ ਦੇ ਵਿੱਚ ਜਿਹੜੇ ਝੂਠ ਬੋਲੇ ਸੀ ਉਹ ਸਾਹਮਣੇ ਆ ਗਏ ਆ ਤੇ ਉਹ ਹੁਣ ਕੱਢੇ ਜਾ ਰਹੇ ਆ। ਮੰਨ ਲਓ ਇਹਨਾਂ ਨੇ ਆਪਣੇ ਘਰਦਿਆਂ ਬਾਰੇ ਝੂਠ ਬੋਲਿਆ ਸੀ, ਆਪਣੇ ਬਾਰੇ ਝੂਠ ਬੋਲਿਆ ਸੀ ਮੈਂ ਵਾਲੀਬਾਲ ਖੇਡਦਾ ਰਿਹਾ, ਮੈਂ ਤਕੜਾ ਪਲੇਅਰ ਸੀਗਾ। ਇਹ ਵੀ ਕਿਹਾ ਕਿ ਜਦੋਂ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਜਹਾਜ਼ ਲੱਗੇ ਸੀ ਤੇ ਉਹ ਜਿਹੜਾ 9/11 ਵਾਪਰਿਆ ਸੀ ਉਸ ਵੇਲੇ ਮੇਰੀ ਮਦਰ ਉਹਨਾਂ ਦੇ ਵਿੱਚ ਸੀਗੀ। ਜਦੋਂ ਕਿ ਉਹ ਇਮੀਗ੍ਰੇਸ਼ਨ ਸਟੇਟਸ ਜਦੋਂ ਇਹਨਾਂ ਦਾ ਚੈੱਕ ਕੀਤਾ ਤੇ ਉਹ ਪਤਾ ਲੱਗਿਆ ਵੀ ਉਹ ਤੇ ਉਦੋਂ ਇੱਥੇ ਹੀ ਹੈ ਨਹੀਂ ਸੀ। ਇੱਦਾਂ ਦੀਆਂ ਕਈ ਗੱਲਾਂ ਬਾਤਾਂ ਸੀ ਜਿਹੜੀਆਂ ਇਹਨਾਂ ਨੇ ਆਪਣੇ ਜਦੋਂ ਇਹ ਰਨ ਕਰ ਰਹੇ ਸੀ ਉਹ ਤੋਂ ਪਹਿਲਾਂ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਗੁੰਮਰਾਹ ਕੀਤਾ। ਕਾਫੀ ਜਿਹੜੀ ਸਪੌਟਲਾਈਟ ਦੇ ਵਿੱਚ ਰਹੇ ਆ ਇਹਨੂੰ ਦੇਖ ਕੇ ਕਿ ਕਿੱਦਾਂ ਇਹਨਾਂ ਨੇ ਲੋਕਾਂ ਨੂੰ ਜੋ ਕੁਛ ਕਿਹਾ ਤੇ ਕੀ ਇਹਨਾਂ ਨੇ ਕੀਤਾ, ਤੇ ਜਿਹਦੇ ਵਿੱਚੋਂ ਹੁਣ ਇਹਨਾਂ ਨੂੰ ਉਹਨਾਂ ਸਾਰੇ ਦੋਸ਼ਾਂ ਦਾ ਇੱਕ ਕਰਕੇ ਸਾਹਮਣਾ ਕਰਨਾ ਪੈ ਰਿਹਾ। ਕਈ ਇਨਵੈਸਟੀਗੇਸ਼ਨ ਇਹਨਾਂ ਦੀਆਂ ਚੱਲੀਆਂ। ਫੈਡਰਲ ਏਜੰਟ ਨੇ ਇਹ ਵੀ ਕਿਹਾ ਕਿ ਇਹਨਾਂ ਦੀ ਕੈਂਪੇਨ ਦੇ ਵਿੱਚ ਜਿਹੜੇ ਪੈਸਾ ਧੇਲਾ ਸੀ, ਫਾਈਨੈਂਸ ਦੀਆਂ ਰਿਪੋਰਟਾਂ, ਉਹਨੂੰ ਲੈ ਕੇ ਕੁਝ ਜਿਹੜੇ ਹੋਰ ਕੁਐਸਚਨ ਸੀਗੇ ਉਸ ਮਾਮਲੇ ਦੇ ਵਿੱਚ ਇਹਨਾਂ ਅਥਾਰਟੀਜ਼ ਨੇ ਕਾਫੀ ਜ਼ਿਆਦਾ ਪੁੱਛਗਿੱਛ ਕੀਤੀ ਆ। ਇਹਨਾਂ ਦੀ ਜਿਹੜੀ ਇਨਕਮ ਆ ਉਹ ਕਿਸ ਤਰੀਕੇ ਨਾਲ ਫਲਕਚੁਏਟ ਹੁੰਦੀ ਰਹੀ, ਉੱਤੇ ਥੱਲੇ ਇੱਕਦਮ ਵੱਧਦੀ ਘਟਦੀ ਰਹੀ। ਇਸੇ ਤਰ੍ਹਾਂ ਜਿਹੜਾ ਲੋਨ ਆ ਇਹਨਾਂ ਨੇ ਆਪਣੀ ਕੈਂਪੇਨ ਨੂੰ ਦਿੱਤਾ ਕਾਫੀ ਜ਼ਿਆਦਾ $7 ਲੱਖ ਦੇ ਨੇੜੇ ਤੇੜੇ, ਉਹਦੇ ਬਾਰੇ ਵੀ ਗੱਲਬਾਤ ਜਿਹੜੀ ਇਸ ਵੇਲੇ ਚੱਲ ਰਹੀ ਆ। ਜਦੋਂ $3,000 ਇਹਨਾਂ ਦਾ GoFundMe ਪੇਜ ਦੇ ਉੱਤੇ ਸੀਗਾ ਤੇ ਇੱਕ ਸੈਟਅਪ ਕੀਤਾ ਸੀ ਇਹਨਾਂ ਨੇ ਹੋਮਲੈਸ ਵੈਟਰਨ ਦੇ ਲਈ, ਉਹਦੀ ਮਦਦ ਕਰਨ ਦੇ ਲਈ, ਉਹਦੀ ਸਰਜਰੀ ਕਰਨ ਦੇ ਲਈ, ਤੇ ਜਿਹੜਾ ਉਸ ਮਾਮਲੇ ਦੇ ਵਿੱਚ ਤੇ ਉਹ ਮਾਮਲਾ ਵੀ ਸਾਹਮਣੇ ਆਇਆ ਸੀ ਤੇ ਹੋਰ ਕਈ ਕਿਸਮ ਦੇ ਜਿਹੜੇ ਇਹਨਾਂ ਦੇ ਉੱਤੇ ਦੋਸ਼ ਲੱਗੇ ਸੀ ਉਹਦੇ ਬਾਰੇ ਹੁਣ ਗੱਲਬਾਤਾਂ ਸਾਹਮਣੇ ਆ ਰਹੀਆਂ। ਤੇ ਇਹਦੇ ਨਾਲ ਇਹਨਾਂ ਨੂੰ ਅੱਗੇ ਵੀ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਜਾਣੀ ਆ। ਤੇ ਹੁਣ ਜਿਹੜੇ ਫੈਡਰਲ ਇਲੈਕਸ਼ਨ ਕਮਿਸ਼ਨ ਆ ਉਹ ਵੀ ਆਪਣੀ ਕਾਰਵਾਈ ਕਰ ਰਿਹਾ, ਕਿਉਂਕਿ ਤੁਸੀਂ ਝੂਠ ਇਲੈਕਸ਼ਨ ਦੇ ਵਿੱਚ ਨਹੀਂ ਬੋਲ ਸਕਦੇ। ਜੋ ਕੁਝ ਅਸਲ ਦੇ ਵਿੱਚ ਤੁਹਾਡੇ ਫੈਕਟਸ ਆ ਉਹੀ ਤੁਸੀਂ ਉੱਥੇ ਦੇ ਸਕਦੇ ਨਾ। ਇਹਨਾਂ ਨੇ ਉਹਨਾਂ ਨੂੰ ਫੈਬਰੀਕੇਟ ਕੀਤਾ। ਇਹਨਾਂ ਦੀ ਮਦਰ ਟ੍ਰੇਡ ਸੈਂਟਰ ਦੇ ਅੰਡਰ ਸੀਗੀ, ਉਹ ਸਤੰਬਰ 11 ਨੂੰ, ਤੇ ਜਿਹੜਾ ਬਾਅਦ 'ਚ ਪਤਾ ਲੱਗਿਆ ਵੀ ਉਹ ਉੱਥੇ ਹੈ ਹੀ ਨਹੀਂ ਸੀ। ਦੂਜਾ ਇਹਨਾਂ ਨੇ ਆਪਣੇ ਬਾਰੇ ਝੂਠ ਬੋਲੇ ਸੀ ਕਿ ਮੈਂ ਇੱਥੇ ਫਲਾਣੇ ਡੈਲੀਗੇਸ਼ਨ ਦੇ ਵਿੱਚ ਸੀਗਾ, ਮੈਂ ਆਪਣੇ ਕਾਲਜ ਦੀ ਵਾਲੀਬਾਲ ਟੀਮ ਦਾ ਸਟਾਰ ਰਿਹਾ ਆ, ਮਤਲਬ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਤੁਸੀਂ ਮੈਨੂੰ ਵੋਟਾਂ ਪਾਓ। ਸੋ ਪਹਿਲਾਂ ਇਹ ਬਚਦੇ ਰਹੇ ਆ ਸਾਰੀਆਂ ਚੀਜ਼ਾਂ ਤੋਂ ਦਾ ਜਵਾਬ ਦੇਣ ਤੋਂ, ਪਰ ਅਲਟੀਮੇਟਲੀ ਇਹਨਾਂ ਨੂੰ ਸਾਹਮਣੇ ਆਉਣਾ ਪਿਆ। ਇਸ ਮਾਮਲੇ ਦੇ ਵਿੱਚ ਵੀ ਇਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ। ਅਗਲੀ ਗੱਲਬਾਤ ਦੋਸਤੋ, ਦੋ ਜਿਹੜੇ ਵੱਡੇ ਹਾਦਸੇ ਵਾਪਰੇ ਆ, ਜਿਹਦੇ ਵਿੱਚ ਇੱਕ ਤੇ ਟਰੱਕ ਉਹਨੇ ਟੈਕਸਸ ਦੇ ਵਿੱਚ ਮਾਈਗਰੈਂਟ ਸ਼ੈਲਟਰ ਦੇ ਉੱਤੇ ਚੜ੍ਹਾ ਦਿੱਤਾ, ਜਿਹਦੇ ਬਾਰੇ ਸ਼ੱਕ ਇਹ ਸੀਗੀ ਕਿ ਬੰਦਾ ਜਿਹੜਾ ਟਰੱਕ ਚਲਾ ਰਿਹਾ ਸੀ ਕਿਤੇ ਇੱਦਾਂ ਤਾਂ ਨਹੀਂ ਕਿ ਕਿਸੇ ਨਫ਼ਰਤ ਕਾਰਨ ਇਹਨਾਂ ਮਾਈਗਰੈਂਟਸ ਨੂੰ ਉਹਨਾਂ ਨੇ ਮਾਰ ਦਿੱਤਾ, ਇਹਨਾਂ ਦੇ ਉੱਤੇ ਟਰੱਕ ਚੜ੍ਹਾ ਦਿੱਤਾ। 8 ਜਣਿਆਂ ਦੀ ਮੌਤ ਹੋ ਗਈ ਸੀ, 8 ਜਣਿਆਂ ਦੀ ਮੌਤ ਹੋਈ ਸੀ ਤੇ ਕਈ ਜਿਹੜੇ ਜ਼ਖਮੀ ਹੋ ਗਏ ਸੀ। ਇਸ ਵਿਅਕਤੀ ਦੀ ਪਛਾਣ ਕੀਤੀ ਗਈ ਹੈ, ਜਾਰਜ ਐਲੋਰੇਜ਼ ਇਹਦਾ ਨਾਂ ਦੱਸਿਆ ਜਾ ਰਿਹਾ ਆ। ਤੇ ਹੁਣ ਕਹਿੰਦੇ ਜਦੋਂ ਪਤਾ ਲੱਗਿਆ ਜਿਹੜੀ ਟੌਕਸੀਕੋਲੋਜੀ ਰਿਪੋਰਟਸ ਆ ਉਹ ਸਾਹਮਣੇ ਆਈਆਂ, ਉਹਨਾਂ ਦੇ ਵਿੱਚੋਂ ਇਹਦਾ ਮਕਸਦ ਕਲੀਅਰ ਕਰਨ ਦੇ ਲਈ ਕਰ ਰਹੇ ਸੀਗੇ ਜਿਹੜੀ ਅਥਾਰਟੀਜ਼ ਆ ਵੀ ਕ੍ਰੈਸ਼ ਹੋਇਆ ਕਿਉਂ। ਉਹਦੇ ਵਿੱਚੋਂ ਪਤਾ ਇਹ ਲੱਗਾ ਆ ਕਿ ਜਿਹੜਾ ਡਰਾਈਵਰ ਆ ਉਹ ਜਾਂ ਵੀ ਕੋਈ ਉਹਦੇ 'ਚ ਐਂਟੀ ਇਮੀਗ੍ਰੈਂਟ ਸੈਂਟੀਮੈਂਟਸ ਤਾਂ ਨਹੀਂ ਸੀਗੇ, ਜਾਂ ਉਹਨੇ ਇਸ ਤਰੀਕੇ ਨਾਲ ਤਾਂ ਨਹੀਂ ਉੱਥੇ ਮਾਰਿਆ ਸੀਗਾ। ਪਹਿਲੀ ਟੌਕਸੀਕੋਲੋਜੀ ਰਿਪੋਰਟ ਸਾਹਮਣੇ ਆਈ ਆ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਲਿਸਟ ਨਹੀਂ ਕੀਤਾ ਲੈਵਲ ਆਫ ਡਰੱਗ ਉਹਦੀ ਬਲੱਡ ਸਟਰੀਮ ਦੇ ਵਿੱਚ, ਤੇ ਉਹਦੇ ਵਿੱਚੋਂ ਹੁਣ ਅੱਗੇ ਰਿਪੋਰਟ ਇਹ ਦੇਖੀ ਜਾ ਰਹੀ ਹੈ ਕਿ ਇਸ ਕ੍ਰੈਸ਼ ਦੇ ਵਿੱਚ ਕਿਉਂਕਿ ਉਹਦੇ ਵੀ ਨੁਕਸਾਨ ਹੋਇਆ ਸੀ ਤੇ ਉਹਦਾ ਡਰੱਗ ਲੈਵਲ ਕੀ ਸੀ। ਇਹ ਰਿਪੋਰਟ ਫੇਰ ਜਿਹੜੀ ਆ ਇਹ ਅੱਗੇ ਦੱਸੀ ਜਾਊਗੀ ਤੇ ਇਹਦੇ ਵਿੱਚੋਂ ਗੱਲਾਂ ਬਾਤਾਂ ਸਾਹਮਣੇ ਆਉਣਗੀਆਂ ਕਿ ਕਿਹੜੇ ਚਾਰਜਸ ਇਹਨਾਂ ਦੇ ਉੱਤੇ ਲਾਏ ਜਾਣੇ ਆ। 8 ਕਾਊਂਟਸ ਆਫ ਮੈਨਸਲੌਟਰ, ਐਵਲਰੇਜ ਜਿਹਦੀ ਉਮਰ 34 ਸਾਲ ਆ ਉਹਦੇ ਉੱਤੇ ਲੱਗੇ ਆ।
ਐਡੀਸ਼ਨਲ ਚਾਰजेस ਜਿਹੜੀਆਂ ਇੰਜਰੀਜ਼ ਹੋਈਆਂ 10 ਜਣਿਆਂ ਦੀਆਂ ਉਹ ਲੱਗੇ ਆ। ਪੁਲਿਸ ਇਨਵੈਸਟੀਗੇਸ਼ਨ ਜਿੱਦਾਂ ਜਿੱਦਾਂ ਚੱਲ ਰਹੀ ਆ ਉਹਦੇ ਵਿੱਚ ਜਿਹੜਾ ਹੋਰ ਗੱਲਾਂ ਬਾਤਾਂ ਆ ਇਹਦੇ ਵਿੱਚੋਂ ਸਾਹਮਣੇ ਆਉਣਗੀਆਂ। ਇਸੇ ਤਰ੍ਹਾਂ ਹੀ ਜਿਹੜਾ ਦੂਜਾ ਇੱਕ ਵੱਡਾ ਹਾਦਸਾ ਇੱਥੇ ਵਾਪਰਿਆ ਸੀ, ਉਹਨੇ ਗੋਲੀ ਚਲਾ ਕੇ 8 ਜਣਿਆਂ ਨੂੰ ਮਾਰ ਦਿੱਤਾ। ਉਹਦਾ ਵੀ ਕਹਿੰਦੇ ਕੋਈ ਇੱਕ ਵਿਅਕਤੀਆਂ ਨੂੰ ਮਾਰਨ ਦਾ ਮਕਸਦ ਨਹੀਂ ਸੀ ਉਹਦੇ ਵਿੱਚ, ਸਗੋਂ ਉਹ ਓਵਰਆਲ ਜਿਹੜਾ ਇੱਕ ਮਾਲ ਦੇ ਉੱਤੇ ਹਮਲਾ ਕਰਨਾ ਚਾਹੁੰਦਾ ਸੀ, ਜਿਹੜਾ ਵਾਈਟ ਸੁਪਰਾਮਿਸਟ ਸੀਗਾ ਤੇ ਇੱਕ ਖਾਸ ਜਿਹੜੀ ਸੱਜੇ ਪੱਖੀ ਸੋਚ ਦੇ ਨਾਲ ਪ੍ਰਣਾਇਆ ਵਿਅਕਤੀ ਸੀ। ਉਹਦੇ ਬਾਰੇ ਵੀ ਗੱਲਾਂ ਬਾਤਾਂ ਸਾਹਮਣੇ ਆਈਆਂ ਕਿ ਉਹ ਮਾਲ ਦੇ ਉੱਤੇ ਹੀ ਹਮਲਾ ਕਰਨਾ ਚਾਹੁੰਦਾ ਸੀ ਤੇ ਨਾ ਕਿ ਉਹਦਾ ਕੋਈ ਟਾਰਗੇਟ ਸੀਗਾ ਕਿ ਕਿਸੇ ਖਾਸ ਵਿਅਕਤੀਆਂ ਨੂੰ। ਜਿਹੜਾ 8 ਜਣੇ ਉਹਨੇ ਮਾਰੇ ਸੀ ਟੈਕਸਸ ਦੇ ਵਿੱਚ ਆਊਟਲੈਟ ਮਾਲ ਦੇ ਵਿੱਚ, ਤੇ ਉਹ ਜਿਹੜਾ ਲੋਕੇਸ਼ਨ ਨੂੰ ਟਾਰਗੇਟ ਕਰ ਰਿਹਾ ਸੀ ਰੈਦਰ ਦੈਨ ਕਿ ਕਿਸੇ ਖਾਸ ਸਪੈਸੀਫਿਕ ਲੋਕਾਂ ਨੂੰ ਟਾਰਗੇਟ ਕਰਨਾ ਚਾਹੁੰਦਾ ਸੀ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ੍ਹ ਆਪਾਂ ਫਿਰ ਹਾਜ਼ਰ ਹੋਵਾਂਗੇ ਕੁਝ ਕੱਲ੍ਹ ਦੀਆਂ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।